ਨਾਰਾਇਣ ਹਰਿਓਮ सतनाम वाहिगुरु। यदि आप अपनी अकल को दूसरे में ही लगाए रखोगे तो सत्य का साक्षात नहीं होगा। अपना आपा ऐसा सत्य है जो प्रमाण के पूर्व भी रहता है, पश्चात भी रहता है और बीच में भी रहता है, जो आँख के खोलने से पहले, बंद करने के बाद और खुली आँख के मध्य में रहता है। ऐसी आत्मा को कैसे जाने? तो ये ना ध्यान से जाना जाएगा, ना उपासना से और ना कर्म से। अपना जानी ब्रह्म निर्विशेष है, वह किसी भी साधन तंत्र का विषय नहीं हो सकता। ਵੇਖੋ ਇਹ ਜੈਸੇ ਗੁਰਦੁਆਰਿਆਂ ਦੇ ਵਿੱਚ ਜਦੋਂ ਗੁਰੂ ਬਾਣੀ ਦੀ ਕਥਾ ਸੁਣਾਉਂਦੇ ਆ, ਉਹ ਵੀ ਪਹਿਲਾਂ ਕਹਿੰਦੇ ਆ ਕੋਈ ਸ਼ਬਦ ਵਾਕ ਪੜ੍ਹ। ਜਿਹੜਾ ਸ਼ਬਦ ਪੜ੍ਹਿਆ ਜਾਂਦਾ ਹੈ ਉਹਨੂੰ ਆਧਾਰ ਬਣਾ ਕੇ ਉਸ ਦੀ ਹੀ ਵਿਆਖਿਆ ਵਿਚਾਰ ਸੁਣਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਬ੍ਰਹਮ ਸੂਤਰ ਹੈ। ਬ੍ਰਹਮ ਸੂਤਰ ਇੱਕ ਮਹਾਨ ਗ੍ਰੰਥ ਹੈ। ਕੋਈ ਇਹ ਨਾ ਤਾਂ ਹਾਰੇ ਸਾਰੇ ਗ੍ਰੰਥ ਦੇ ਬਰਾਬਰ ਹੈ, ਨਾ ਹਾਰੇ ਸਾਰੀ ਇਹਦੀ ਕਥਾ ਸੁਣਾ ਸਕਦਾ, ਨਾ ਕੋਈ ਇਹਦੀ ਕਥਾ ਸੁਣਾਈ ਹੋਏ ਨੂੰ ਜਿਹੜਾ ਕਿਹੜਾ ਹਰ ਕੋਈ ਸਮਝ ਸਕਦਾ। ਇਹ ਕੋਈ ਉਹ ਸੁਣ ਸਕਦਾ ਜਿਹਦੀ ਉੱਤਮ ਜਿਗਿਆਸਾ ਹੈ, ਉਹ ਹੀ ਸੁਣਾ ਸਕਦਾ ਜੋ ਤਤਵ ਗੇ ਹੈ। ਤਾਂ ਆਤਮਾ ਦਾ ਜ਼ਿਕਰ ਆਇਆ, ਗ੍ਰੰਥ ਸ਼ਾਸਤਰ ਸੰਤ ਉਹ ਕਹਿੰਦੇ ਆ ਕਿ ਤਤਵ ਗੇ ਕੌਣ ਹੈ? ਤਤਵ ਗੇ ਉਸ ਦਾ ਨਾਮ ਰੱਖਿਆ। ਉਹ ਜੈਸੇ ਬਾਣੀ ਚ ਕਿਹਾ ਕਿ ਹਰ ਹਰ ਅੱਖਰ ਇਹ ਦੋਏ ਮਾਲਾ, ਤੇ ਜਪਤ ਜਪਤ ਪੈ ਦੀਨ ਦਿਆਲਾ। ਇਹ ਦੋ ਹਰੀ ਦੋ ਅੱਖਰ ਆ ਜਿਹੜੇ, ਇਹਨਾਂ ਨੂੰ ਮਾਲਾ ਬਣਾਓ। ਤੇ ਇਹ ਨਹੀਂ ਗਾ ਕਿ ਵੀ ਇਹ ਗਿਣ ਛੱਡੋ 100 ਹੋ ਗਿਆ 150 ਹੋ ਗਿਆ। ਇਹ ਐਸਾ ਮਾਲਾ ਜਪਦੇ ਜਪਦੇ ਜਿਹਦਾ ਜਾਪ ਕਰਦਾ ਉਹੋ ਹੀ ਹੋ ਜਾਏਗਾ। ਅਗਰ ਜਿਹੜਾ ਗ੍ਰੰਥ ਸ਼ਾਸਤਰ ਪ੍ਰਕਿਰਿਆ उसमें अभेद नहीं बना सकती, वो परमार्थ नहीं गा, वो व्यवहारक है। असी ज्यादा लोग तो ये पहचान नहीं करते व्यवहारक ते परमार्थ च की फर्क है। और थोड़े लोग है होंगे और सीगे। ਇਹ ਨਹੀਂ ਗਾ, ਇਹ ਸਾਨੂੰ ਇੱਕ ਬੜਾ ਭਾਰੀ ਭੁੱਲ ਭੁਲੇਖਾ ਹੈ ਕਿ ਇਹ ਕਿ ਵੀ ਜਿਹੜੇ ਗਿਆਨੀ ਪੁਰਸ਼ ਸੀ ਉਹ ਖਤਮ ਹੋ ਚੁੱਕੇ ਹੈ। ਹੁਣ ਅੱਗੇ ਵਾਸਤੇ ਕੋਈ ਗਿਆਨੀ ਹੈ ਨਹੀਂ। ਤਾਂ ਇਹ ਹੈ ਕਿ ਜਦੋਂ ਗਿਆਨ ਹੈਗਾ ਤਾਂ ਗਿਆਨ ਨੂੰ ਕੋਈ ਤਾਂ ਗ੍ਰਹਿਣ ਕਰਦਾ ਹੀ ਹੈ। ਜਿਵੇਂ ਅਸੀਂ ਲੋਕ ਕਹੋ ਵੀ ਜੀ ਇੰਨਾ ਮਹਿੰਗਾ ਸੋਨਾ ਹੋ ਗਿਆ, ਹੁਣ ਤਾਂ ਕੋਈ ਨਹੀਂ ਲਊਗਾ।
ਪਰ ਜ਼ਿਆਦੇ ਲੋਕ ਨਹੀਂ ਖਰੀਦਦੇ। ਜਿੰਨਾ ਮਰਜੀ ਮਹਿੰਗਾ ਹੋ ਜੇ ਲੋਕ ਫਿਰ ਵੀ ਵਿੱਚੋਂ ਲੋਕ ਲੈਂਦੇ ਆ ਸੋਨੇ ਨੂੰ। ਐਸੇ ਤਰ੍ਹਾਂ ਹੀ ਜਿਤਨਾ ਜੀ ਚਾਹੇ ਗੋੜ ਹੈ। ਸ਼ਾਸਤਰ ਸੁਰਤੀ ਕਹਿੰਦੇ ਐ, ਮਹੱਤ ਦੱਸਦੇ ਐ ਵੀ ਇਹ ਕੋਈ ਮਤ ਸਮਝੇ ਕਿ ਵੀ ਆਤਮ ਸਤਾ ਨੂੰ ਕੋਈ ਜਾਣਨ ਵਾਲੇ ਹੈ ਹੀ ਨਹੀਂ ਔਰ ਜਿਗਿਆਸੂ ਨਹੀਂ ਗੇ, ਤਾਂ ਇਹ ਨਿਕਲਦਾ ਵੀ ਘਣੇ ਤਾਂ ਹੈ ਨਹੀਂ, ਪਰ ਇਹ ਨਹੀਂ ਕਹਿ ਸਕਦੇ ਵੀ ਕਿ ਕੋਈ ਵੀ ਨਹੀਂਗਾ। ਤਾਂ ਇਹ ਕਿਉਂ ਨਹੀਂ ਪਤਾ ਲੱਗਦਾ? ਗੁਰੂਆਂ ਨੇ ਇਹ ਗੱਲ ਦੱਸੀ ਆ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤਾਂ ਇਸ ਕਰਕੇ ਜਿਹੜਾ ਬ੍ਰਹਮ ਦਾ ਗਿਆਤਾ ਹੈ, ਜਿਹੜਾ ਅੱਗੇ ਥੱਲੇ ਮਰੀਜ਼ ਨਹੀਂ ਜਾਣਦਾ ਡਾਕਟਰ ਨੂੰ ਵੀ ਇਹ ਕਿੰਨਾ ਕੁ ਡਾਕਟਰ ਹੈ, ਜਿਹੜੇ ਨਾਲ ਦੇ ਡਾਕਟਰ ਹੈ ਉਹਨਾਂ ਨੂੰ ਪਤਾ ਹੁੰਦਾ ਹੈ, ਜਿਨ੍ਹਾਂ ਨੇ ਡਾਕਟਰੀ ਦਾ ਆਪਣਾ ਕੋਰਸ ਕੀਤੇ ਹੈ, ਆਪਣਾ ਪ੍ਰੈਕਟੀਕਲ ਸਾਰੇ ਕਰ ਬੜੇ ਬੜੇ ਆਪਰੇਸ਼ਨ, ਬੜੀਆਂ ਡੂੰਘੀਆਂ ਖੋਜਾਂ ਕੀਤੀਆਂ, ਤੇ ਖੋਜੀਆਂ ਨੂੰ ਖੋਜੀ ਜਾਣਦੇ ਐ। ਮਰੀਜ਼ ਤਾਂ ਹੈ ਉਹ ਹੀ ਕਰ ਸਕਦਾ, ਉਹਦੇ ਕੋਲੇ ਪਿਆ ਜਾਣ ਨਹੀਂ ਸਕਦਾ। ਐਸੇ ਤਰ੍ਹਾਂ ਤਤਵਗੇ ਪੁਰਸ਼ਾਂ ਦੀ ਗਿਆਨ ਨੂੰ ਉੱਤਮ ਜਿਗਿਆਸੂ ਇਹ ਪਹਿਚਾਨ ਸਕਦੇ ਐ ਅਥਵਾ ਤਤਵਗੇ ਹੀ ਜਾਣਦੇ ਐ। ਉਹ ਮਰੀਜ਼ ਹਾਏ ਕਰੀ ਜਾਂਦਾ ਹੈ ਤੇ ਇਹ ਓਮ ਰਾਮ ਕਰੀ ਜਾਂਦਾ। ਉਹ ਵੀ ਦਵਾਈ ਦੇ ਜਾਂਦਾ, ਇਹ ਵੀ ਦਵਾਈ ਦੇਈ ਜਾਂਦਾ, ਕਿਉਂਕਿ ਦੋਨਾਂ ਦੇ ਮੂੰਹ ਚੋਂ ਵਾਕ ਹੀ ਨਿਕਲੀ ਜਾਂਦੇ ਆ। ਔਰ ਸਰੂਪ ਦਾ ਪ੍ਰਤੀਪਾਦਨ ਕਰਨ ਵਾਲੇ ਵਾਕ ਹੈ ਜਿਹੜੇ ਇਹ ਅਸਫਲ ਹੋਈ ਜਾਂਦੇ ਆ। ਕਿਉਂ ਹੋਈ ਜਾਂਦੇ? ਕਿ ਅੱਗੋਂ ਕੋਈ ਪਕੜ ਨਹੀਂ ਰਿਹਾ। ਇਸ ਵਾਸਤੇ ਆਤਮਾ ਦਾ ਜ਼ਿਕਰ ਆ ਜਿਹੜਾ ਪੰਕਤੀਆਂ ਪੜੀਆਂ ਕਿ ਆਤਮਾ ਇੱਕ ਅਦੁੱਤੀ ਸਤਾ ਹੈ, ਹਰ ਇੱਕ ਦਾ ਆਪਣਾ ਆਪਾ ਹੈ। ਇਹ ਹਰ ਇੱਕ ਦਾ ਜਿਹੜਾ ਆਪਣਾ ਆਪਾ ਹੈ, ਇਹਦੇ ਵਿੱਚ ਹਰ ਇੱਕ ਹੈ ਨਹੀਂਗਾ। ਇਹ ਅਦੁੱਤੀ ਸਤਾ ਹੈ। ਜੇ ਜਗਤ ਇਤਿਹਾਦਕ ਲੈ ਕਰਕੇ ਸੰਸਾਰ ਕੋਈ ਕਥਨ ਕੀਤਾ ਹੈ, ਇਹਨੂੰ ਸੁਰਤੀ ਕਹਿੰਦੀ ਕਿ ਇਹ ਅਧਿਆਰੋਪ ਕੀਤਾ ਹੈ। ਅਸੀਂ ਇਹ ਗੱਲ ਕੀਏ ਕਿ ਅਧਿਆਰੋਪ ਕਿਵੇਂ ਹੁੰਦਾ ਜੀ? ਤਾਂ ਅਧਿਆਰੋਪ ਦਾ ਮਾਨਾ ਹੈ ਕਿ ਇਹ 1 ਰੁਪਈਆ ਹੈ, ਤਾਂ ਇਹਦੇ ਚ ਭਲਾ ਚਵਾਨੀਆਂ ਕੈ ਬਣਦੀਆਂ? ਤਾਂ ਰੁਪਈਏ ਦਾ ਆਨੇ ਕੈ ਰੁਪਈਏ ਚ? ਤਾਂ ਫਿਰ ਸਾਡੀ ਪਰੰਪਰਾ ਤੁਰੀ ਆਉਂਦੀ ਕਿ 16 ਆਨਿਆਂ ਦਾ ਰੁਪਈਆ। 16 ਆਨੇ ਜਮਾ ਜੋੜ ਕਰ ਲਈਏ ਤਾਂ ਉਹਨੂੰ ਰੁਪਈਆ ਕਹਿੰਦੇ। ਤੇ ਰੁਪਈਏ ਦੇ 4 ਭਾਗ ਕਰੀਏ ਤਾਂ 4 ਚਵਾਨੀਆਂ ਹੋ ਗਈਆਂ। ਰੁਪਈਆ 1 ਹੈ, ਆਨੇ 16 ਹੈ, ਚਵਾਨੀਆਂ 4 ਹੈ। ਅਗਰ ਰੁਪਈਏ ਨੂੰ ਪਾੜ ਦਿਗੇ ਤਾਂ ਡਿੱਗਦੀਆਂ ਚਵਾਨੀਆਂ ਉਹਦੇ ਚ ਵੀ ਇੱਕ ਆਹ ਡਿੱਗ ਗਈ, ਇੱਕ ਇਹ ਡਿੱਗ ਗਈ। ਇਹ ਗਣਤ ਦੀ ਪਰਿਭਾਸ਼ਾ ਅਧਿਆਰੋਪ ਕੀਤਾ। ਐਸੇ ਤਰ੍ਹਾਂ ਆਤਮਾ ਦੇ ਵਿੱਚ 4 ਚਵਾਨੀਆਂ ਬਣਾਤੀਆਂ। 4 ਖਾਣੀ ਦਾ ਜਗਤ ਹੈ ਜਿਹੜਾ, ਇਹ ਵੀ ਅਧਿਆਰੋਪ ਹੀ ਕੀਤਾ ਹੋਇਆ। 4 ਖਾਣੀ ਦੇ ਜਗਤ ਦਾ ਮੂਲ ਹੈ ਜਿਹੜਾ, ਮੂਲ ਆਤਮਾ ਹੈ।
ਤਾਂ ਅਸੀਂ ਇਹ ਦੇਖਣਾ ਹੈ ਵੀ ਜੇ ਚਾਰ ਖਾਣੇ ਦੇ ਜਗਤ ਦਾ ਮੂਲ ਆਤਮਾ ਹੈ ਤਾਂ ਆਤਮਾ ਹੈ ਬਈ। ਆਤਮਾ ਕੌਣ ਆ? ਆਤਮਾ ਤਾਂ ਕੋਈ ਪਿਛਲੇ ਪਾਸੇ ਕੁਛ ਵੇਖੇ ਹੈ ਲੋਕ ਵੀ ਮੰਗਰਲੇ ਪਾਸੇ ਹੱਥ, ਅਸੀਂ ਲੋਕ ਇਹਨੂੰ ਗਿੱਚੀ ਬੋਲਦੇ, ਇੱਧਰ ਧਿਆਨ ਲਿਆਓ। ਕੋਈ ਕਹਿੰਦਾ ਅੰਦਰ ਧਿਆਨ ਲੈ ਜਾਓ, ਕੋਈ ਕਹਿੰਦਾ ਬਾਹਰ ਧਿਆਨ ਲੈ ਜਾਓ, ਕਿਸੇ ਨੇ ਕਿਹਾ ਅੱਖਰਾਂ 'ਮੇ ਧਿਆਨ ਲਾਓ। ਤਾਂ ਇਹਦੇ 'ਚ ਇਹ ਆਇਆ ਹੈ ਕਿ ਇਹ ਗਿਆਨ ਦਾ ਸਰੂਪ ਹੈ ਜਿਹੜਾ ਅਦੁੱਤੀ, ਇਹ ਨਾ ਕਰਮ, ਨਾ ਉਪਾਸਨਾ, ਨਾ ਧਿਆਨ ਇਸ ਦੇ ਵਿੱਚ ਆ ਨਹੀਂ ਸਕਦਾ। ਕਿਉਂ ਨਹੀਂ ਆ ਸਕਦਾ? ਕਿ ਅਸੀਂ ਦੇਖੋ, ਮੈਂ ਇਹ ਇੱਕ ਵਿਗਿਆਨ ਉੱਠ ਰਿਹਾ। ਇਹਨੂੰ ਕੌਣ ਜਾਣਦਾ ਹੈ ਵੀ ਇਸ ਦੇਹ ਦੇ ਅੰਦਰ ਇਹ ਚਾਰ ਖਾਣੇ ਦਾ ਜਗਤ ਦੀਆਂ ਦੇਹਾਂ, ਤਾਂ ਦੇਹ ਗੁਰੂਆਂ ਨੇ ਕਿਹਾ ਕਿ ਦੇਹ ਕਹੇ ਤੋ ਖੇਪ। ਜਿਹੜਾ ਕਹਿੰਦਾ ਵੀ ਮੈਂ ਦੇਹ ਹਾਂ ਤਾਂ ਉਹ ਤਾਂ ਜਾਣੋ ਖੇਈ ਚੱਕੀ ਫਿਰਦਾ, ਆਪ ਨੂੰ ਖੇਈ ਮੰਨਦਾ, ਮਿੱਟੀ। ਤਾਂ ਫਿਰ ਆਤਮਾ ਦੇਹ ਨਹੀਂ, ਆਤਮਾ ਦੇਹ ਦਾ ਪ੍ਰਕਾਸ਼ਕ ਤੇ ਦੇਹ, ਇਹ ਦੋਨੇ ਆਤਮਾ ਦਾ ਸਰੂਪ ਨਹੀਂਗਾ। ਕਿਉਂ? ਜਿਹੜਾ ਦੇਹ ਨੂੰ, ਇੰਦਰੀਆਂ ਦੇ ਗਾਂ ਵਿਸ਼ਿਆਂ ਨੂੰ, ਇਹ ਤਿਰਕੁਟੀ ਪੂਰੀ ਪ੍ਰਕਾਸ਼ਿਤ ਹੁੰਦੀ ਹੈ ਕਿ ਜਿਹੜਾ ਕੁਛ ਬਾਹਰ ਪ੍ਰਕਾਸ਼ਿਤ ਹੋ ਰਿਹਾ, ਪ੍ਰਕਾਸ਼ਿਤ ਮਾਨਾ ਜਾਣਿਆ ਜਾ ਰਿਹਾ। ਮੋਟਰ ਲੰਘ ਗਈ, ਪਸ਼ੂ ਆਈ ਜਾਂਦਾ, ਮਾਈ ਭਾਈ ਜਾਈ ਆਈ ਜਾਂਦੇ ਆ, ਦਰਖਤ ਹਰੇ ਭਰੇ, ਇਹ ਜਿਹੜਿਆਂ ਦਾ ਪ੍ਰਕਾਸ਼ਿਤ ਹੋ ਰਿਹਾ, ਇਹ ਕਿਸਮੇ ਪ੍ਰਕਾਸ਼ਿਤ ਹੁੰਦੇ ਆ। ਤਾਂ ਸਾਨੂੰ ਇਹ ਪਤਾ ਲੱਗੇਗਾ ਇਹ ਜਿਹੜਾ ਕੁਝ ਪ੍ਰਕਾਸ਼ਿਆ ਜਾ ਰਿਹਾ, ਇਹ ਚਾਨਣ ਦੇ ਵਿੱਚ ਪ੍ਰਕਾਸ਼ਿਆ ਜਾ ਰਿਹਾ। ਜੇ ਬਾਹਰ ਚਾਨਣ ਨਾ ਹੋਵੇ, ਬਹੁਤ ਜ਼ਿਆਦਾ ਅੰਧਕਾਰ ਛਾ ਜੇ, ਤਾਂ ਕੁਝ ਚੀਜ਼ ਨਹੀਂ ਪ੍ਰਕਾਸ਼ਿਤ ਹੋਏਗੀ, ਸਾਰਾ ਅੰਧਕਾਰ ਦੇ ਵਿੱਚ ਸਮਾ ਜਾਊਗਾ। ਸਭ ਜੋ ਪੇੜ ਪੌਦੇ ਮਾਨਵ ਤਨ ਸਭ ਅੰਧਕਾਰ ਰੂਪ ਹੋ ਜਾਏਗਾ। ਤੋ ਅੰਧਕਾਰ ਆ ਜਿਹੜਾ, ਇਹ ਉਪਲਕਸ਼ਣ ਹੈ ਕਿਹਦਾ? ਕਿ ਅਗਿਆਨ ਦਾ। ਇਹ ਸਭ ਕੁਝ ਅਗਿਆਨ ਦੇ ਵਿੱਚ ਲੈ ਹੋ ਜਾਂਦਾ ਹੈ ਤੇ ਪ੍ਰਕਾਸ਼ ਹੈ ਜਿਹੜਾ ਅੰਧਕਾਰ ਚੋਂ ਇਹਨੂੰ ਪ੍ਰਗਟ ਕਰਦਾ ਹੈ। ਪ੍ਰਕਾਸ਼ ਮਾਨਾ ਚਾਨਣ। ਬਿਜਲੀ ਜਗਾ ਦਿਓ, ਸੂਰਜ ਨਿਕਲ ਆਵੇ। ਜਿਸ ਰਾਤਰੀ ਦੇ ਅੰਧਕਾਰ ਦੇ ਵਿੱਚ ਸਭ ਕੁਝ ਸੜਕਾਂ, ਮਕਾਨ ਆਦਿ ਪੇੜ ਪੌਦੇ ਸਮਾਏ ਹੋਏ ਸੀ, ਉਹ ਸੂਰਜ ਦੇ ਪ੍ਰਕਾਸ਼ ਨੇ ਸਾਰੇ ਪ੍ਰਕਾਸ਼ਿਤ ਕਰਤੇ। ਤਾਂ ਇਹ ਪ੍ਰਕਾਸ਼ ਚ ਦੀਵੇ। ਤਾਂ ਅਸੀਂ ਕਹੇ ਤਾਂ ਫਿਰ ਇਹ ਪ੍ਰਕਾਸ਼ ਹੈ ਜਿਹੜਾ ਇਹ ਆਤਮਾ ਹੋ, ਕਿਉਂਕਿ ਜਿਹਦੇ ਚ ਚਾਰ ਖਾਣੀ ਦਾ ਜਗਤ ਦੀਦਾ। ਤਾਂ ਸੁਰਤੀ ਸ਼ਾਸਤਰ ਸੰਤ ਲੋਕ ਇਹ ਗੱਲ ਕਹਿੰਦੇ ਆ,
ਇਹ ਪੇੜ ਪੌਦਿਆਂ ਨੂੰ, ਮਕਾਨ ਇਮਾਰਤਾਂ ਨੂੰ ਕੇਵਲ ਸੂਰਜ ਦਾ ਪ੍ਰਕਾਸ਼ ਪ੍ਰਕਾਸ਼ਦਾ ਹੈ ਤੇ ਸੂਰਜ ਦੇ ਪ੍ਰਕਾਸ਼ ਨੂੰ ਨੇਤਰ ਪ੍ਰਕਾਸ਼ਦੇ ਹੈ। ਤੇ ਨੇਤਰ ਜਿਹੜੇ ਇਹਨਾਂ ਨੂੰ ਇੰਦਰੀ ਕਹਿੰਦੇ ਆ। ਇਹ ਇੰਦਰੀਆਂ ਨੂੰ ਕੌਣ ਪ੍ਰਕਾਸ਼ਦਾ? ਇਹਨਾਂ ਨੂੰ ਅੰਤःਕਰਨ ਪ੍ਰਕਾਸ਼ਦਾ ਔਰ ਅੰਤःਕਰਨ ਨੂੰ ਪ੍ਰਗਿਆ ਪ੍ਰਕਾਸ਼ਦੀ ਹੈ ਔਰ ਪ੍ਰਗਿਆ ਨੂੰ ਸਾਖੀ ਪ੍ਰਕਾਸ਼ਦਾ ਹੈ। ਤੇ ਸਾਖੀ ਨੂੰ ਪ੍ਰਕਾਸ਼ਣ ਵਾਲਾ ਅਜੇ ਦੂਜਾ ਕੋਈ ਹੈ ਹੀ ਨਹੀਂ। ਤਾਂ ਇਹ ਜਿਹੜਾ ਸਭ ਤੋਂ ਪ੍ਰਕਾਸ਼ਕ ਬੈਠਾ ਸਾਖੀ, ਇਹਨੂੰ ਸੁਰਤੀ ਨੇ, ਇਹਨੂੰ ਸੰਤਾਂ ਨੇ, ਇਹਨੂੰ ਕਿਹਾ ਇਹ ਬ੍ਰਹਮ ਸਰੂਪ ਹੈ। ਅਗੇ ਸਾਖੀ ਬ੍ਰਹਮ ਸਰੂਪ ਏਕ, ਨਹੀਂ ਭੇਦ ਕੋ ਗੰਧ। ਜਦੋਂ ਸਾਖੀ ਬ੍ਰਹਮ ਸਰੂਪ ਹੈ ਤੇ ਕੋਈ ਚੀਜ਼ ਚੰਗੀ ਲੱਗਦੀ ਹੈ, ਕੋਈ ਮਾੜੀ ਲੱਗਦੀ ਹੈ, ਇਹ ਸਾਖੀ ਨੂੰ ਫਿਰ ਲੱਗਦੀ ਕਿਉਂ ਹੈ? ਤਾਂ ਸੰਤਾਂ ਨੇ ਇਹ ਗੱਲ ਕਹੀ, ਇਹਦਾ ਨਾਂ ਹੈ ਰਾਗ ਦੁਆਇਸ਼। ਇਹ ਰਾਗ ਦੁਆਇਸ਼ ਹੈ ਜਿਹੜੀ ਸਾਖੀ ਚ ਨਹੀਂ ਹੈ। ਸਾਖੀ ਦਾ ਨਾਂ ਦੂਜਾ ਆਤਮਾ, ਆਤਮਾ ਦਾ ਨਾਂ ਹੈ ਬ੍ਰਹਮ। ਤਾਂ ਇਹ ਕਿਹਾ ਕਿ ਸਾਖੀ ਬ੍ਰਹਮ ਸਰੂਪ ਏਕ। ਇਹ ਆਤਮਾ ਜਿਹੜਾ, ਇਹ ਤਾਂ ਨਾਨਾ ਨਿੰਗਾ ਇੱਕ ਹੈ ਔਰ ਬ੍ਰਹਮ ਹੈ। ਨਹੀਂ ਭੇਦ ਕੋ ਗੰਧ। ਇਸ ਆਤਮਾ ਦੇ ਵਿੱਚ ਦੂਜੀ ਕੋਈ ਲੇਸ ਮਾਤਰ ਵੀ ਚੀਜ਼ ਹੈ ਨਹੀਂ। ਤੇ ਜਿਹੜੇ ਰਾਗ ਦੁਆਇਸ਼ ਹੈ ਇਹ ਫਿਰ ਕਿਉਂ ਹੁੰਦੇ? ਤਾਂ ਨਾਲ ਹੀ ਕਹਤਾ ਕਿ ਰਾਗ ਦੁਆਇਸ਼ ਮਤੀ ਕੇ ਧਰਮ। ਤੇ ਜਿਹੜਾ ਕਹਿੰਦਾ ਯਾਰ ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਤਾਂ ਇਹ ਮਤੀ ਦੇ ਧਰਮਾਂ ਨੂੰ ਆਪਣੇ ਮੈਂ ਆਰੋਪਿਤ ਕਰਦਾ। ਇਹਨੂੰ ਕਿਹਾ ਤਾਵੇਂ ਮਾਨਤ ਅੰਧ। ਇਹ ਅੰਧੇ ਲੋਕ ਹੈ ਜਿਹੜੇ ਰਾਗ ਦੁਆਇਸ਼ ਨੂੰ ਆਪਣੇ ਚ ਮੰਨੀ ਬੈਠੇ ਹੈ ਵੀ ਮੈਨੂੰ ਰਾਗ ਹੁੰਦਾ, ਕਿਸੇ ਨਾਲ ਦੁਆਇਸ਼ ਹੁੰਦਾ। ਤਾਂ ਸਾਰੇ ਸਰੀਰ ਧਾਰੀਆਂ ਨੂੰ ਹੁੰਦਾ, ਪਰ ਉਹਨਾਂ ਨੂੰ ਪਤਾ ਨਹੀਂਗਾ ਕਿ ਵੀ ਰਾਗ ਦੁਆਇਸ਼ ਜਿਹੜੇ ਇਹ ਕਿਸ ਦੇ ਧਰਮ ਹੈ। ਤਾਂ ਜਿਸ ਕਾ ਧਰਮ ਤਿਸੇ ਗਲ ਡਾਰ ਦਿਆ ਵਿੱਚੋਂ ਆਪਣਾ ਆਪ ਛਡਾਇਆ। ਜੀ ਆਪਣੇ ਆਪ ਨੂੰ ਜਾਣੋ ਨਿਆਰਾ। ਤਾਂ ਇੱਥੋਂ ਹੈ ਵੀ ਜਿਹੜੀ ਚੀਜ਼ ਸਾਰਿਆਂ ਦਾ ਆਦਿ ਛਟਾਨ, ਜਿਸ ਸਤਾ ਨੂੰ ਲੈ ਕੇ ਸਭ ਕੁਝ ਪ੍ਰਕਾਸ਼ਿਤ ਹੋ ਰਿਹਾ, ਇਹਨਾਂ ਵਿਸ਼ਿਆਂ ਤੋਂ ਲੈ ਕੇ ਇੰਦਰੀ, ਮਨ, ਬੁੱਧੀ, ਅਹੰਕਾਰ, ਇਹ ਕਿਸੇ ਦੀ ਵੀ ਸਤਾ ਤਾਕਤ ਨਹੀਂ ਗੀ ਕਿ ਸਾਖੀ ਸਤਾ ਨੂੰ, ਆਤਮਾ ਨੂੰ ਜਾਣ ਸਕੇ। ਤਾਂ ਅਸੀਂ ਜਿਹੜੇ ਕਹਿੰਦੇ ਆ ਵੀ ਜਾਣ ਤਾਂ ਨਹੀਂ ਸਕਦਾ, ਫਿਰ ਭਜਨ ਕਰ ਲੋ ਭਜਨ। ਜਿਵੇਂ ਆ ਕਸਰਤ ਕਰਦੇ ਆ, ਰਾਮਦੇਵ ਕਸਰਤ ਕਰਾਉਂਦਾ, ਉਹ ਸਥੂਲ ਸਰੀਰ ਦੀ ਕਸਰਤ ਕਰਾਉਂਦਾ। ਸਥੂਲ ਸਰੀਰ ਹੈ ਜਿਹੜਾ, ਇਹ ਕਸਰਤ ਨਾਲੇ ਵਿੱਚ ਚੇਸ਼ਟਾएं ਬਣੀਆਂ ਰਹਿੰਦੀਆਂ, ਤੰਦਰੁਸਤੀ ਬਣੀ ਰਹਿੰਦੀ। ਤੇ ਸਥੂਲ ਸਰੀਰ ਨੂੰ, ਤੰਦਰੁਸਤ ਨੂੰ ਤੇ ਰੋਗੀ ਨੂੰ, ਦੋਵਾਂ ਨੂੰ ਆਤਮਾ ਦਾ ਨਹੀਂ ਪਤਾ, ਦੋਨਾਂ ਜੜ ਹੈ। ਤੇ ਜਿਹੜਾ ਭਜਨ ਬੰਦਗੀ ਹੈ, ਇਹ ਸੂਖਮ ਸਰੀਰ ਦੀ ਕਸਰਤ ਕਰਾ ਦਿੰਦਾ। ਹਰਿ ਓਮ, ਵਾਹਿਗੁਰੂ ਵਾਹਿਗੁਰੂ। ਇਹ ਭੁਲੇਖਾ ਹੈ
ਕਿ ਐਂ ਕਹਿਣ ਦੇ ਨਾਲ ਕੋਈ ਮੇਰੇ ਸਾਹਮਣੇ ਵਾਹਿਗੁਰੂ ਆ ਕੇ ਖੜੋਊਗਾ ਵੀ ਹਾਂ ਦੱਸ ਭਾਈ ਕੀ ਤਕਲੀਫ ਹੈ, ਕੀ ਚਾਹੁੰਦਾ ਹੈ? ਨਹੀਂ, ਜਿਵੇਂ ਰਾਮ ਦੇ ਊਠਕ ਬੈਠਕ ਕਰਕੇ ਪੇਟ ਘਮਾਉਂਦਾ ਹੈ, ਇਹਦੀ ਕਸਰਤ ਹੈ। ਇਹ ਹਰਿਓਮ ਰਾਮ ਵਾਹਿਗੁਰੂ ਸੂਖਮ ਸਰੀਰ ਦੀ ਕਸਰਤ ਹੈ। ਇਹਦੇ ਨਾਲ ਇਹਨੂੰ ਵੀ ਤੰਦਰੁਸਤੀ ਬਣੀ ਰਹਿੰਦੀ ਹੈ। ਤਾਂ ਇੱਥੋਂ ਹੈਗਾ ਹੈ ਕਿ ਵੀ ਜਿਹੜਾ ਜੀ ਤੀਜਾ ਸਰੀਰ ਹੈ, ਇਹਦੀ ਵੀ ਕੋਈ ਕਸਰਤ ਹੈ। ਇਹਦੀ ਕਸਰਤ ਇਹ ਹੀ ਹੈ ਕਿ ਦੋਨਾਂ ਪ੍ਰਕਾਰ ਦੇ ਸਰੀਰਾਂ ਦਾ ਬੋਝ ਸਥੂਲ ਸਰੀਰ ਨੇ ਸਾਰੇ ਸਥੂਲ ਪਦਾਰਥਾਂ ਦਾ ਬੋਝ ਆਪਣਾ ਮੰਨਿਆ ਹੋਇਆ। ਸੂਖਮ ਸਰੀਰ ਨੇ ਸਾਰਿਆਂ ਸਥੂਲ ਸਰੀਰਾਂ ਦੇ ਸੂਖਮ ਤਨ ਮਾਤਰਾ ਨੂੰ ਆਪਣੀਆਂ ਮੰਨਿਆ ਹੋਈਆਂ। ਤੇ ਤੀਸਰੀ ਅਵਸਥਾ ਦੇ ਵਿੱਚ ਇਹ ਦੋਨੋਂ ਜਗਤ ਹੈ, ਜਿਹੜੇ ਦੋਨੋਂ ਪ੍ਰਕਾਰ ਦੇ ਲੋਕ ਹੈ, ਇਹ ਅਵਿਦਿਆ ਦੇ ਹੇਠ ਦੱਬੇ ਜਾਂਦੇ ਹੈ। ਤੇ ਜਿਸ ਨੂੰ ਅਸੀਂ ਬੋਲਦੇ ਹਾਂ ਤੀਸਰਾ ਪ੍ਰਗਨਾਵਾਂ ਜੀਵ, ਇਹ ਅਵਿਦਿਆ ਨਾਲ ਮਿਲ ਕੇ ਸਾਰੇ ਭਾਰ ਲਾ ਕੇ ਇਹਦੀ ਕਸਰਤ ਇਹੀ ਹੈ ਕਿ ਇਹ ਆਨੰਦਮय ਕੋਸ਼ ਵਿੱਚ ਆਰਾਮ ਕਰਦਾ ਹੈ। ਜਦੋਂ ਇਹ ਆਨੰਦਮय ਕੋਸ਼ ਵਿੱਚ ਆਰਾਮ ਕਰਦਾ ਹੈ ਤਾਂ ਜਦੋਂ ਇਹਨੂੰ ਕੋਈ ਜਗਾਉਂਦਾ ਇਹ ਵੀ ਤਕਲੀਫ ਮੰਨਦਾ, ਯਾਰ ਕਾਹਤੋਂ ਮੈਨੂੰ ਜਗਾਤਾ। ਤਾਂ ਇਹ ਹੋ ਗਿਆ ਨਾ ਤਾਂ ਨਿੰਦਰਾ ਦੇ ਵਿੱਚ ਆਰਾਮ ਕਰਦੇ ਨੂੰ, ਨਾ ਸੁਪਨ ਦੇ ਵਿੱਚ ਸੂਖਮ ਤਨ ਮਾਤਰਾ ਦਾ ਭੋਗ ਕਰਦੇ ਨੂੰ, ਨਾ ਜਾਗਰਤ ਦੇ ਵਿੱਚ ਸਥੂਲ ਇੰਦਰੀਆਂ ਦਾ ਭੋਗ ਕਰਦੇ, ਵੇਦੇ ਖਾਂਦੇ ਪਕਾਉਂਦੇ ਚੱਲਦੇ। ਇਹ ਤਿੰਨੇ ਹਾਲਾਤ ਆ ਜਿਹੜੇ ਇਹ ਆਤਮਾ ਨੂੰ ਛੂਹ ਨਹੀਂ ਸਕਦੇ। ਨਾ ਵਿਸਵਨਾਮਾ ਜੀਵ, ਨਾ ਤੇਜਸਨਾਮਾ ਜੀਵ, ਨਾ ਪ੍ਰਗਨਾਮਾ ਜੀਵ। ਇਹ ਕਿਉਂ ਹੈ? ਇਹ ਉਪਾਧੀ ਯੁਕਤ ਹੈ। ਜਿੰਨਾ ਚਿਰ ਇਹਨਾਂ ਦੇ ਨਾਲ ਉਪਾਧੀ ਹੈ, ਪ੍ਰਗਨਾਵੇਂ ਜੀਵ ਦੀ ਅਵਿਦਿਆ ਉਪਾਧੀ ਹੈ, ਤੇਜਸ ਨਾਵੇਂ ਜੀਵ ਦੀ ਤਨ ਮਾਤਰਾ ਜਿਹਨੂੰ ਅੰਤਰ ਕਰਨਾ ਦੇ ਆ ਇਹ ਮੁੱਖ ਉਪਾਧੀ ਹੈ। ਤੇ ਵਿਸਵ ਨਾਵਾਂ ਜੀਵ ਦੀ ਇਹ ਜਿਹੜਾ ਤੁਹਾਡਾ 10 ਇੰਦਰੀਆਂ, 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, ਇਹ ਜਿੱਥੇ ਚੇਸ਼ਟਾ ਕਰਦੀਆਂ, ਇਹ ਤਿੰਨੇ ਉਪਾਧੀਆਂ ਹਨ। ਇਹ ਉਪਾਧੀ ਨੂੰ ਲੈ ਕੇ ਇਹ ਇਹਨੂੰ ਗੁਰੂ ਲੋਕਾਂ ਨੇ ਕਿਹਾ ਕਿ ਜਿਹੜੇ ਤੁਹਾਨੂੰ ਇੱਥੋਂ ਤੇ ਇੱਕ ਗਿਆਨ ਕਰਾਉਂਦੇ ਐ, ਇਹ ਤੁਹਾਨੂੰ ਇਸ ਗਿਆਨ ਦੀ ਲੋੜ ਐਡੀ ਨਹੀਂ ਗੀ। ਕਿਉਂ? ਇਹ ਆਪਣੇ ਆਪ ਹੀ ਹੋ ਰਿਹਾ। ਜੇ ਤੁਸੀਂ ਗੁਰਦੁਆਰੇ ਨਾ ਜਾਓ, ਮੰਦਰ ਨਾ ਜਾਓ, ਕਿਸੇ ਦਾ ਸਤਸੰਗ ਨਾ ਸੁਣਨ ਜਾਓ, ਕੋਈ ਹੋਰ ਕਸ਼ਟ ਸਾਧਨ ਨਾ ਕਰੋ, ਤਾਂ ਇਹ ਜਾਗਰਤ ਤੇ ਸੁਪਨ ਤੇ ਨਿੰਦਰਾ ਇਹ ਆਪਣੇ ਆਪ ਹੀ ਆ ਜਾਂਦੀ ਹੈ। ਨਾ ਤਾਂ ਕਿਸੇ ਸੰਤ ਦੇ ਹੱਥ 'ਚ ਹੈ, ਨਾ ਗੁਰਦੁਆਰੇ ਮੰਦਰ ਦੇ ਹੱਥ 'ਚ ਹੈ, ਨਾ ਬਾਣੀ ਦੇ ਹੱਥ 'ਚ ਹੈ, ਨਾ ਸ਼ਲੋਕਾਂ ਸ਼ਬਦਾਂ ਦੇ ਹੱਥ 'ਚ ਹੈ। ਇਹਦੇ ਉੱਤੇ ਦੰਡ ਹੈ ਪ੍ਰਕਿਰਤੀ ਵਿਸ਼ਿਸ਼ਟਤਾ। ਤੇ ਅਸੀਂ ਇਹ ਵੇਖਣਾ ਹੈ ਵੀ ਜਾਗ ਪੈਣਾ, ਸੁਪਨਾ ਆ ਜਾਣਾ ਔਰ ਨਿੰਦਰਾ ਆ ਜਾਣੀ, ਇੱਥੋਂ ਤੀਕ ਇਹ ਆਟੋਮੈਟਿਕ ਹੀ ਤਿੰਨ ਚੱਲਦੀਆਂ ਰਹਿੰਦੀਆਂ। ਜਿਹੜਾ ਇਹ ਕਹਿੰਦਾ ਵੀ ਰੱਖਾਂ ਪੁਰਪੜੀਆਂ ਤੇ ਹੱਥ ਤੈਨੂੰ ਨਿੰਦਰਾ ਦਵਾ ਦਿਆਂ, ਤਾਂ ਚੀਜ਼
ਖਾਣ ਵਾਲੇ ਪਦਾਰਥ ਦੇ ਵਿੱਚ ਪਾ ਦਿਆਂ ਘੋਲ ਕੇ, ਤਾਂ ਇੱਥੇ ਆਉਂਦਾ ਨਾ ਤਾਂ ਖਾਣ ਵਾਲੇ ਪਦਾਰਥ 'ਚ ਕੁਝ ਘੋਲ ਕੇ ਪਾਉਣ ਦੀ ਲੋੜ ਹੈ ਤੇ ਨਾ ਇਹ ਪੜੀਆਂ ਦਬਾਉਣ ਦੀ ਲੋੜ ਹੈ, ਨਾ ਅੱਖਾਂ ਮੀਚ ਕੇ ਧਿਆਨ ਦੀ ਲੋੜ ਹੈ। ਇਹ ਜਿਹੜੀ ਤਿੰਨ ਚੱਕਰ ਹੈ ਇਹਦਾ ਨਾਂ ਹੈ ਤਰਲੋਕੀ। ਇਹਦੇ ਵਿੱਚ ਮੱਖੀ, ਮੱਛਰ, ਹਾਥੀ, ਘੋੜਾ ਇਹ ਆਟੋਮੈਟਿਕ ਹੀ ਚੱਲਦੀਆਂ। ਜਿੱਥੇ ਗਿਆਨੀ ਪੁਰਸ਼ ਦੀ, ਜਿੱਥੇ ਸੰਤ ਦੀ, ਜਿੱਥੇ ਤਤਵਗੇ ਦੀ ਲੋੜ ਹੈ, ਇਹ ਤੋਂ ਪਾਰ ਕਰੇ। ਗੁਰੂਆਂ ਨੇ ਬਾਣੀ 'ਚ ਵੀ ਕਿਹਾ ਵੀ ਤੀਨ ਵਿਆਪੇ ਜਗਤ ਕੋ, ਤੁਰਿਆ ਭਾਵੇ ਕੋਈ। ਉਹ ਤੁਰਿਆ ਅਵਸਥਾ ਹੈ। ਇਹ 3 ਕੋਟ ਲੰਘਣੇ ਪੈਣਗੇ। ਤਾਂ ਜਿੰਨੇ ਜਿੰਨੇ ਲੋਕ ਸਤਸੰਗਾਂ ਤੇ ਜਾਂਦੇ ਐ, ਅਸੀਂ ਲੋਕ ਇੱਕ ਤਾਂ ਇੱਥੋਂ ਭੁਲੇਖੇ 'ਚ ਆ ਗਏ। ਇਹ ਥੋੜੀ ਜਿਹੀ ਹੁਣ ਗੱਲ ਬਦਲਦੀ ਜਾ ਰਹੀ ਹੈ, ਮੈਂ ਇੱਥੇ ਹੀ ਪਰਤਦਾ। ਪਰ ਅਸੀਂ ਵੇਖਣਾ ਹੈ ਵੀ ਜਿਹੜੇ ਸਿੱਖ ਪੰਥ ਗੁਰਦੁਆਰਿਆਂ ਦੇ ਵਿੱਚ ਸਾਰੀ ਮਾਨਵ ਜਾਤੀ ਨੂੰ ਆਉਣ ਦਾ, ਜਾਣ ਦਾ ਅਧਿਕਾਰ ਦਿੱਤਾ ਹੋਇਆ ਹੈ ਬਾਣੀ ਨੇ ਅਥਵਾ ਗੁਰੂਆਂ ਨੇ। ਇਹਦੇ ਚ ਸਾਰੇ ਵਰਨ ਹੀ ਆ ਜਾਂਦੇ, ਆ ਜਾ ਰਹੇ ਆ ਵੀ ਇਹ ਚਾਰੇ ਵਰਨ ਕਿਉਂ ਆ ਰਹੇ ਆ ਬਾਣੀ ਦੇ ਵਿੱਚ। ਇਹਨੂੰ ਸੱਦਾ ਦਿੱਤਾ ਹੋਇਆ ਹੈ ਅਗੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਉਹ ਅਲੱਗ ਬਾਤ ਹੈ। ਜੇ ਕੋਈ ਇਸ ਦੇ ਵਿੱਚ ਆਪਣੇ ਚਿੱਤ ਦੀ ਵਾਸ਼ਨਾ ਅਨੁਸਾਰ ਕਿਸੇ ਵਰਗ ਤੇ ਘਿਰਣਾ ਕਰਦਾ ਹੈ, ਉਹ ਆਦੇ ਆਪਣੇ ਨਿੱਜੀ ਸੰਕਲਪ ਹੈ। ਸਿੱਖ ਪੰਥ ਦਾ, ਸਿੱਖ ਗੁਰੂਆਂ ਦਾ ਇਹ ਸੰਕਲਪ ਨਹੀਂਗਾ। ਇਸ ਤੋਂ ਇਤਰ ਜਿੰਨੇ ਵੀ ਫਿਰਕੇ ਹੈ, ਚਾਹੇ ਰਾਧਾ ਸਵਾਮੀ ਲੈ ਲਓ, ਚਾਹੇ ਸੱਚਾ ਸੌਦਾ ਲੈ ਲਓ, ਚਾਹੇ ਦਿਵਿਆ ਜੋਤੀ ਲੈ ਲਓ, ਚਾਹੇ ਆਰੀਆ ਸਮਾਜ, ਜੈਨ, ਬੌਧ, ਇਹ ਆਪਣੇ ਆਪਣੇ ਫਿਰਕੇ ਨੂੰ ਹੀ ਪ੍ਰਵਾਨ ਕਰਦੇ ਆ। ਮੁਸਲਮਾਨ ਭਾਈਚਾਰਾ ਵੀ ਆਪਣੇ ਮੁਸਲਮਾਨ ਭਾਈਚਾਰੇ ਨੂੰ ਪ੍ਰਵਾਨ ਕਰਦਾ, ਦੂਜਿਆਂ ਨੂੰ ਪ੍ਰਵਾਨ ਨਹੀਂ ਕਰਦੇ। ਤੇ ਇਹ ਇੱਕ ਸਿੱਖ ਪੰਥ ਦੇ ਜਿਹੜੀ ਪਰੰਪਰਾ ਹੈ ਗੁਰੂਆਂ ਦੀ, ਇਹ ਉਹਨਾਂ ਦਾ ਹੀ ਮਹਾਤਮ ਹੈ ਕਿ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ ਕਿ ਸਾਰੇ ਗੁਰਬਾਣੀ ਸੁਣ ਸਕਦੇ, ਸਾਰੇ ਗੁਰਬਾਣੀ ਜਾਣ ਸਕਦੇ ਤੇ ਸਾਰੇ ਗੁਰਬਾਣੀ ਤੋਂ ਮੁਕਤ ਹੋ ਸਕਦੇ ਹੈ। ਬਾਕੀ ਆਪਣੇ ਆਪਣੇ ਫਿਰਕੇ ਨੂੰ ਜਿਵੇਂ ਨਿਰੰਕਾਰੀ ਹੈ, ਇਹਦੇ 'ਚ ਦੂਜਾ ਨਹੀਂ ਜਾਂਦਾ ਕੋਈ। ਜਿਹੜੇ ਸੱਚੇ ਸੌਦੇ ਵਾਲੇ ਆ, ਇਹ ਦੂਜੇ ਨੂੰ ਨਹੀਂ ਸੱਦਦੇ, ਇਹ ਆਪਣੇ ਸੌਦੇ ਵਾਲੇ ਹੀ ਆਉਂਦੇ ਆ। ਇਹਨਾਂ ਤੋਂ ਸਭ ਤੋਂ ਉੱਤੇ ਗੁਰਬਾਣੀ ਹੈ। वेदांत ਦਾ ਤਾਂ ਬਾਣੀ ਨੂੰ ਵੀ ਸੱਦਾ ਵੀ ਆ ਜਾ ਤੂੰ ਵੀ, ਹਮ ਤੁਮ ਏਕ ਹੈ। ਇਸ ਲਈ ਇਹ ਤਾਂ ਹੈ ਕਿ ਲੋਕ ਚਾਹੁੰਦੇ ਆ ਇਹਨਾਂ ਨੂੰ ਫਿਰਕੇ ਵਾਲਿਆਂ ਨੇ ਪ੍ਰਸ਼ਨ ਗਰੁੱਪਾਂ 'ਚ ਵੰਡ ਛੱਡਿਆ। ਤਾਂ ਇਸ ਵਾਸਤੇ ਇਹ ਗਰੁੱਪਬਾਜ਼ੀ ਹੈ ਜਿਹੜੀ ਬਾਣੀ ਤੋੜਦੀ ਹੈ। ਤੇ ਇਹ ਚਾਹੀਦਾ ਕਿ ਬਾਣੀ ਨੂੰ ਜਾਣਨ ਵਾਲਾ, ਬਾਣੀ ਨੂੰ ਮੰਨਣ ਵਾਲਾ, ਬਾਣੀ ਦਾ ਸਤਿਕਾਰ ਕਰਨ ਵਾਲਾ ਜਿਹੜਾ ਲੋਕ ਹੈ, ਇਹਨੂੰ ਗਰੁੱਪਬਾਜ਼ੀ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਬਾਣੀ ਗਰੁੱਪਬਾਜ਼ੀ ਤੋੜਦੀ ਹੈ। ਇਸ ਕਰਕੇ ਬਾਣੀ ਦੀ ਮਹਿਮਾ ਹੈ, ਇਸ ਕਰਕੇ ਬਾਣੀ ਪੜ੍ਹਨ ਵਾਲਿਆਂ ਦੀ, ਗੁਰਦੁਆਰੇ ਜਾਣ ਵਾਲਿਆਂ ਦੀ ਇਸੇ ਕਰਕੇ ਹੀ ਮਹਿਮਾ ਹੈ ਕਿ ਇੱਥੇ ਭੇਦਵਾਦ ਨਹੀਂਗਾ। ਤੇ ਨਹੀਂ ਤਾਂ ਸਾਰੇ ਭੇਦਵਾਦ ਦੀ ਗੰਢ ਦੇ ਵਿੱਚ ਵੱਜੇ ਹੋਏ ਹੈ। ਇਸ ਕਰਕੇ
ਇਹ ਭੇਦਵਾਦ ਹੈ ਜਿਹੜਾ ਸੰਤਾਂ ਨੇ ਕਿਹਾ ਕਿ ਵੇਦ ਕਹਿਤ ਹੈ ਨੇਮ ਕਰ। ਇਹ ਵੇਦ ਦੀ ਹਦਾਇਤ ਹੈ ਕਿ ਇਹ ਨੇਮ ਕਰਦਾ ਤੂੰ, ਕਰ ਨੇਮ ਹਿਰਦੇ ਚ। ਵੇਦ ਕਹਿਤ ਹੈ ਨੇਮ ਕਰ, ਸੁਣੋ ਮੀਤ ਬਖਿਆਤ। ਭੇਦਵਾਦ ਜਾਂ ਕੇ ਹਿਰਦੇ, ਸੁਣੋ ਨਾ ਤਾਂ ਕੀ ਬਾਤ। ਸੁਣੋ ਨਾ ਤਾਂ ਕੀ ਬਾਤ, ਮਾਤ ਪਿਤ ਗੁਰੂ ਕਹਾਵੇ। ਜੇ ਕੋਈ ਹੋਵੇ ਜਿਹੜਾ ਭੇਦ ਹੀ ਪਾਉਂਦਾ ਹੈ ਕਿ ਤੂੰ ਹੋਰ ਹੈ, ਮੈਂ ਹੋਰ ਹੈ, ਇਹ ਹੋਰ ਹੈ, ਉਹ ਹੋਰ ਹੈ, ਤਾਂ ਇਹ ਸਾਰਾ ਜਿਹੜਾ ਸੰਸਾਰ ਸੀ ਇਹ ਭੇਦਵਾਦ ਦੇ ਫਿਰਕਿਆਂ ਦੇ ਵਿੱਚ ਆ ਕੇ ਆਪਣੀ ਕਲਿਆਣ ਤੋਂ ਵੰਚਿਤ ਹੋ ਗਿਆ। ਭੇਦਵਾਦੀ ਨੂੰ ਮੁਕਤੀ ਨਹੀਂ ਹੋ ਸਕਦੀ, ਭਾਵੇਂ ਜਿੱਥੋਂ ਤੱਕ ਮਰਜ਼ੀ ਘੁੰਮਿਆ ਰਹੇ। ਜਦੋਂ ਪਤਾ ਹੀ ਨਹੀਂ, ਭੇਦ ਦੇ ਵਿੱਚ ਦੱਸਿਆ ਹੀ ਨਹੀਂ। ਪਹਿਲੀ ਤਾਂ ਲਓ ਕਿ ਮਨੁੱਖ ਦਾ ਮਨੁੱਖ ਸਜਾਤੀ ਹੈ,